ਵਾਹਿਗੁਰੂ 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 ਵਾਹਿਗੁਰੂ। ਸਾਡਾ ਗੁਰੂ ਗਿਆਨ ਚੈਨਲ ਤੁਸੀਂ ਆਪ ਵੀ ਸਬਸਕ੍ਰਾਈਬ ਕਰ ਦੇਣਾ, ਦੋਸਤਾਂ ਰਿਸ਼ਤੇਦਾਰਾਂ ਨੂੰ ਵੀ ਸਬਸਕ੍ਰਾਈਬ ਕਰਨ ਲਈ ਕਹਿਣਾ, ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਜੀ। ਗੁਰੂ ਗਿਆਨ ਟੀਵੀ ਦੇ ਸਮੂਹ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਵਰੀ ਵੀਕ ਫਰਾਈਡੇ 5 o'clock ਸ਼ਾਮੀ 5 ਵਜੇ ਤੁਹਾਡੇ ਲਈ ਬਾਬਾਣੀਆਂ ਕਹਾਣੀਆਂ ਪੁੱਤ ਕਰੇਨ ਐਪੀਸੋਡ ਲੈ ਕੇ ਹਾਜ਼ਰ ਹੁੰਦੇ ਹਾਂ। ਸਾਡੇ ਬੱਚੇ ਆਪਣੇ ਮਾਪਿਆਂ ਦੇ ਨਾਲ ਕਾਪੀ ਪੈਨ ਲੈ ਕੇ ਬੈਠਦੇ ਨੇ। ਉਹਨਾਂ ਘਰਾਂ ਵਿੱਚ ਬੜਾ ਇੱਕ ਸੱਚਖੰਡੀ ਨਜ਼ਾਰਾ ਬਣਦਾ ਹੈ। ਮੈਂ ਤੇ ਕਹਾਂਗਾ ਉਹ ਘਰ ਬਾਬੇ ਨਾਨਕ ਦੀ ਧਰਮਸ਼ਾਲਾ ਹੈ, ਜਿੱਥੇ ਬੱਚੇ ਕਾਪੀ ਪੈਨ ਲੈ ਕੇ ਆਪਣੇ ਮਾਪਿਆਂ ਦੇ ਨਾਲ ਬੈਠਦੇ ਨੇ। ਹਰ ਹਫ਼ਤੇ ਇੱਕ ਨਵੀਂ ਸਾਖੀ ਸੁਣਦੇ ਨੇ। ਪੇਰੈਂਟਸ ਉਹਨਾਂ ਨੂੰ ਸਾਖੀ ਬਾਰੇ ਹੋਰ ਐਕਸਪਲੇਨ ਕਰਦੇ ਨੇ। ਫਿਰ ਆਪਣੇ ਬੱਚਿਆਂ ਤੋਂ ਸਾਖੀ ਸੁਣਦੇ ਨੇ। ਜੋ ਉਹਨਾਂ ਨੇ ਸੁਣਿਆ ਬੱਚੇ ਆਪਣੇ ਪੇਰੈਂਟਸ ਨੂੰ ਸੁਣਾਉਂਦੇ ਨੇ, ਦਾਦਾ ਦਾਦੀ ਨੂੰ ਸੁਣਾਉਂਦੇ ਨੇ, ਕੋਈ ਨਾਨਾ ਨਾਨੀ ਨੂੰ ਸੁਣਾਉਂਦਾ ਹੈ। ਫਿਰ ਉਹਨਾਂ ਨੂੰ ਸਵਾਲ ਪੁੱਛੇ ਜਾਂਦੇ ਨੇ, ਸਵਾਲਾਂ ਦੇ ਜਵਾਬ ਦਿੰਦੇ ਨੇ। ਬੱਚੇ ਬੜੇ ਖੁਸ਼ ਹੁੰਦੇ ਨੇ। ਔਰ ਸਾਡਾ ਫਰਜ਼ ਵੀ ਹੈ ਅਸੀਂ ਆਪਣੀ ਜ਼ਿੰਦਗੀ ਵਿੱਚ ਗੁਰਬਾਣੀ, ਗੁਰਸਿੱਖੀ ਤੇ ਗੁਰਮਤ ਦੇ ਨਾਲ ਪਿਆਰ ਬਣਿਆ ਰਵੇ, ਉਹਦੇ ਲਈ ਯਤਨ ਕਰਨੇ ਨੇ। ਸਾਡੇ ਘਰਾਂ ਵਿੱਚ ਗੁਰਬਾਣੀ, ਗੁਰਮਤ, ਗੁਰਸਿੱਖੀ ਪ੍ਰਤੀ ਚੇਤਨਾ ਪੈਦਾ ਹੋਈ ਰਵੇ, ਜਜ਼ਬਾ ਹੋਵੇ, ਲਗਨ ਹੋਵੇ, ਯਤਨ ਕਰਨੇ ਨੇ। ਸਾਡੇ ਬੱਚਿਆਂ ਦੇ ਅੰਦਰ ਸਿੱਖੀ ਵਿਰਸੇ ਦਾ ਚਾਓ, ਸਿੱਖੀ ਵਿਰਸੇ ਦੇ ਸੰਸਕਾਰ ਭਰੀਏ। ਸਾਡਾ ਬੱਚਾ ਕਿਸੇ ਵੀ ਖੇਤਰ ਵਿੱਚ ਜਾਵੇ, ਸਭ ਤੋਂ ਪਹਿਲਾਂ ਹਾਈਐਸਟ ਲੈਵਲ ਦੀ ਐਜੂਕੇਸ਼ਨ ਪ੍ਰਾਪਤ ਕਰੇ। ਜਿਸ ਸੈਕਟਰ ਵਿੱਚ ਜਾਵੇ ਹਾਈਐਸਟ ਰੈਂਕ ਤੇ ਪਹੁੰਚੇ, ਐਕਸਪਰਟ ਬਣੇ, ਇਮਾਨਦਾਰੀ ਦੇ ਨਾਲ ਕੰਮ ਕਰਦਿਆਂ ਇੱਕ ਆਈਡੀਅਲ ਬਣੇ, ਆਈਕੋਨ ਬਣੇ, ਤੇ ਨਾਲ ਨਾਲ ਜਿਤਨਾ ਕੁ ਸਮਾਂ ਨਿਕਲੇ ਗੁਰਬਾਣੀ, ਗੁਰਸਿੱਖੀ ਵੰਡਣ ਦੇ ਲਈ ਵੀ ਕੁਛ ਨਾ ਕੁਛ ਯਤਨ ਕਰੇ, ਤੇ ਕੌਮ ਦੇ ਲਈ ਸੋਨੇ ਤੇ ਸੁਹਾਗਾ ਹੋਏਗਾ। ਸਾਡੇ ਨਾਲ ਹਰ ਹਫ਼ਤੇ ਪਿਆਰੇ ਵੀਰ ਇੰਜੀਨੀਅਰ ਹਰਜੋਤ ਸਿੰਘ ਜੀ ਇੱਕ ਨਵੀਂ ਸਾਖੀ ਲੈ ਕੇ ਤੁਹਾਡੇ ਰੂਬਰੂ ਹੁੰਦੇ ਨੇ। ਆਓ ਉਹਨਾਂ ਨੂੰ ਅੱਜ ਬਾਬਾਣੀਆਂ ਕਹਾਣੀਆਂ ਪੁੱਤ ਕਰੇਨ ਪ੍ਰੋਗਰਾਮ ਦੇ ਵਿੱਚ ਜੀਓ ਆਇਆਂ ਕਹੀਏ। ਵੀਰ ਜੀ ਹਰਜੋਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਬਾਬਾਣੀਆਂ ਕਹਾਣੀਆਂ ਪੁੱਤ ਕਰੇਨ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਜੀ ਆਇਆਂ ਨੂੰ। ਸਾਡੇ ਬੱਚੇ ਬੜੀ ਸ਼ਿੱਦਤ ਦੇ ਨਾਲ ਉਡੀਕਦੇ ਨੇ, ਔਰ ਬਹੁਤ ਬੱਚੇ ਫੋਨ ਕਰਕੇ ਪੁੱਛਦੇ ਨੇ, ਅੰਕਲ ਜੀ ਅਗਲੇ ਹਫ਼ਤੇ ਕਿਹੜੀ ਸਾਖੀ ਆਏਗੀ। ਮੈਂ ਉਹਨਾਂ ਨੂੰ ਗੁਰਮਤ ਕਲਾਸਾਂ ਦੇ ਵਿੱਚ, ਹਫ਼ਤਾਵਾਰੀ ਕਲਾਸਾਂ ਦੇ ਵਿੱਚ ਤੁਹਾਡੀਆਂ ਸੁਣਾਈਆਂ ਹੋਈਆਂ ਸਾਖੀਆਂ ਪ੍ਰਤੀ ਸਵਾਲ ਪੁੱਛਦਾ। ਅਸੀਂ ਇੱਕ ਯਤਨ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ ਕਿ ਜਦੋਂ ਉਹਨਾਂ ਨੇ ਇਸ ਬਾਬਾਣੀਆਂ ਕਹਾਣੀਆਂ ਪੁੱਤ ਕਰੇਨ ਦੇ ਐਪੀਸੋਡ ਰਾਹੀਂ 15 ਸਾਖੀਆਂ ਸੁਣ ਲਈਆਂ, ਉਹਨਾਂ 15 ਸਾਖੀਆਂ ਦੇ ਉੱਪਰ ਅਸੀਂ ਕੁਇਜ਼ ਕਰਵਾਉਣਾ ਹੈ। ਕੁਇਜ਼ ਕਰਵਾ ਕੇ ਉਹਦੇ ਲਈ ਪ੍ਰਾਈਜ਼ ਰੱਖਣੇ ਨੇ, ਤਾਂ ਕਿ ਉਹ ਬੱਚਿਆਂ ਦੇ ਅੰਦਰ ਸੰਸਕਾਰ ਭਰੇ ਜਾਣ ਸਿੱਖੀ ਵਿਰਸੇ ਦੇ। ਇਹ ਸਾਡਾ ਯਤਨ ਉਸ ਦਿਨ ਸਫਲ ਹੋਏਗਾ ਜਿਸ ਦਿਨ ਬੱਚੇ ਸਿੱਖੀ ਵਿਰਸੇ ਨਾਲ ਪਿਆਰ ਕਰਨ ਵਾਲੇ ਬਣਨਗੇ, ਔਰ ਵੱਡੇ ਹੋ ਕੇ ਜਿੱਥੇ ਮਾਪਿਆਂ ਦੇ ਆਗਿਆਕਾਰੀ ਬਣਨ, ਦੇਸ਼ ਕੌਮ ਦੀ ਸੇਵਾ ਵਾਲੇ ਬਣਨ, ਉੱਥੇ ਦੁਨੀਆ ਦੇ ਲਈ ਆਈਕੋਨ ਬਣ ਕੇ ਸਿੱਖ ਕੌਮ ਦਾ ਨਾਮ ਉੱਚਾ ਕਰਨ। ਪਿਛਲੇ ਹਫ਼ਤੇ ਤੁਸੀਂ ਸਾਖੀ ਸ਼ੇਅਰ ਕੀਤੀ ਸੀ ਜਦੋਂ ਗੁਰੂ ਨਾਨਕ ਪਾਤਸ਼ਾਹ ਮਸੀਤ ਵਿੱਚ ਜਾਂਦੇ ਨੇ ਤੇ ਸਾਨੂੰ ਬੜਾ ਕੁਝ ਸਿਖਾ ਜਾਂਦੇ ਨੇ। ਚੋਜੀ ਪ੍ਰੀਤਮ ਦੇ ਹਰ ਚੋਜ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅੱਜ ਸਾਡੇ ਬੱਚਿਆਂ ਦੇ ਨਾਲ, ਸਾਡੇ ਦਰਸ਼ਕਾਂ ਦੇ ਨਾਲ, ਸਾਡੇ ਪੇਰੈਂਟਸ ਦੇ ਨਾਲ ਇੱਕ ਨਵੀਂ ਸਾਖੀ ਦੀ ਸਾਂਝ ਦੇ ਲਈ ਤੁਸੀਂ ਬਾਬਾਣੀਆਂ ਕਹਾਣੀਆਂ ਪੁੱਤ ਕਰੇਨ ਦੇ ਐਪੀਸੋਡ ਵਿੱਚ ਉਹਨਾਂ ਦੇ ਰੂਬਰੂ ਹੋ ਰਹੇ ਹੋ। ਬੜੀ ਸ਼ਿੱਦਤ ਦੇ ਨਾਲ ਉਡੀਕਦੇ ਨੇ। ਤੁਹਾਨੂੰ ਜੀ ਆਇਆਂ ਨੂੰ। ਅੱਜ ਇੱਕ ਨਵੀਂ ਸਾਖੀ ਉਹਨਾਂ ਦੇ ਨਾਲ ਸ਼ੇਅਰ ਕਰੋ ਜੀ। ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਇਹ ਤਾਂ ਆਪਾਂ ਵਿਚਾਰ ਚੁੱਕੇ ਹਾਂ ਵੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਹੋਕਾ ਦਿੱਤਾ ਕਿਰਤ ਕਰਨ ਦਾ, ਕਿਰਤ ਕਰਦਿਆਂ ਨਾਮ ਜਪਣ ਦਾ, ਔਰ ਜੋ ਵੀ ਕਮਾਈ ਕੀਤੀ, ਕਿਰਤ ਦੀ ਕੀਤੀ, ਨਾਮ ਦੀ ਕੀਤੀ, ਉਹਨੂੰ ਵੰਡ ਕੇ ਛਕਣ। ਪਰ ਅੱਜ ਇਹਦੇ ਨਾਲ ਆਪਾਂ ਇਹ ਸਮਝਣਾ ਹੈ ਵੀ ਗੁਰੂ ਸਾਹਿਬ ਜੀ ਨੇ ਪਹਿਲਾਂ ਜਿੱਥੇ ਆਪ ਕਿਰਤ ਕੀਤੀ, ਕਿਉਂਕਿ ਜਿਹੜਾ ਸੰਦੇਸ਼ ਦੇਣਾ ਹੈ ਗੁਰੂ ਸਾਹਿਬ ਦਾ ਇਹ ਬਿਰਧ, ਗੁਰੂ ਸਾਹਿਬ ਦਾ ਇਹ ਸੁਭਾਅ ਰਿਹਾ ਹੈ ਕਿ ਉਸ ਚੀਜ਼ ਨੂੰ ਪਹਿਲਾਂ ਪ੍ਰੈਕਟੀਕਲੀ ਆਪ ਕਰਦੇ, ਔਰ ਪ੍ਰੈਕਟੀਕਲ ਕਰਨ ਵਾਲਿਆਂ ਦੇ ਹੱਥੋਂ ਹੀ ਕ੍ਰਾਂਤੀ ਨਿਕਲਦੀ। ਕੀ ਬਾਤ ਹੈ। ਇੱਥੇ ਕਰਨ ਦੀ ਕ੍ਰਾਂਤੀ ਵੀ ਕਿਰਤ ਕਰਨ ਵਾਲਿਆਂ ਤੋਂ ਹੀ ਨਿਕਲੀ। ਨਾਮ ਵੰਡ ਛਕਣ ਦੀ ਕ੍ਰਾਂਤੀ ਇਹ ਵੰਡ ਕੇ ਛਕਣ ਵਾਲਿਆਂ ਤੋਂ ਹੀ ਨਿਕਲ ਸਕਦੀ ਸੀ। ਕੀ ਬਾਤ। ਤੋ ਸਤਿਗੁਰੂ ਜੀ ਨੇ ਜਿੱਥੇ ਕਿਰਤ ਕਰਨ ਦਾ ਹੋਕਾ ਦਿੱਤਾ, ਨਾਲ ਸਤਿਗੁਰੂ ਜੀ ਕਿਰਤ ਕਰਨ ਵਾਲਿਆਂ ਦੀ ਰਿਸਪੈਕਟ ਵੀ ਕਰਦੇ ਨੇ, ਔਰ ਉਹਦੇ ਨਾਲ ਸਤਿਗੁਰੂ ਜੀ ਨੇ ਇੱਕ ਹੋਰ ਦ੍ਰਿੜਤਾ ਕਰਾਈ ਕਿ ਭਾਈ ਕਿਰਤ ਕਰਨੀ ਹੈ, ਪਰ ਨਾਲ ਇਹ ਵੀ ਧਿਆਨ ਰੱਖਣਾ ਵੀ ਕਿਰਤ ਧਰਮ ਦੀ ਕਰਨੀ, ਕਿਰਤ ਇਮਾਨਦਾਰੀ ਨਾਲ ਕਰਨੀ। ਸਾਡੀ ਕਿਰਤ ਬੇਈਮਾਨੀ ਦੇ ਆਧਾਰ ਤੇ ਨਾ ਹੋਵੇ। ਕੀ ਬਾਤ ਹੈ। ਕਿਰਤ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਅਸੀਂ ਆਪਣੇ ਅਸੂਲਾਂ ਤੋਂ ਨਹੀਂ ਭਟਕਣਾ। ਕਿਰਤ ਕਰਨੀ ਪਰ ਸੱਚ ਨਾਲ ਜੁੜ ਕੇ ਕਰਨੀ। ਗੁਰੂ ਸਾਹਿਬ ਜੀ ਏਮਨਾਬਾਦ ਗਏ, ਜਿਹਨੂੰ ਸੈਦਪੁਰ ਵੀ ਕਹਿੰਦੇ ਨੇ ਅੱਜ ਕੱਲ੍ਹ, ਇਹ ਪਾਕਿਸਤਾਨ ਦੇ ਵਿੱਚ। ਸਤਿਗੁਰੂ ਜੀ ਇੱਥੇ ਪਹੁੰਚੇ, ਔਰ ਇੱਥੇ ਬਹੁਤ ਹੀ ਉੱਚੇ ਸੁੱਚੇ ਜੀਵਨ ਵਾਲੇ ਇਮਾਨਦਾਰ ਕਿਰਤੀ ਤਰਖਾਨ ਭਾਈ ਲਾਲੋ ਜੀ ਰਹਿੰਦੇ ਨੇ। ਔਰ ਇਹ ਭਾਈ ਲਾਲੋ ਜੀ ਕਿੰਨੇ ਵਡਭਾਗੇ ਹੋਣਗੇ, ਕਿੰਨਾ ਉੱਚਾ ਸੁੱਚਾ ਜੀਵਨ ਹੋਵੇਗਾ ਕਿ ਇਸ ਭਾਈ ਲਾਲੋ ਦਾ ਨਾਮ ਮੇਰੇ ਸਤਿਗੁਰੂ ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਦਰਜ ਕਰ ਦਿੱਤਾ। ਬਚਨ ਆਪਾਂ ਪੜ੍ਹਦੇ ਹਾਂ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਇਸ ਪ੍ਰਕਾਰ ਇਸੇ ਸ਼ਬਦ ਦੇ ਵਿੱਚ ਕਹਿੰਦੇ ਨੇ ਵੀ 7 ਵਾਰੀ ਭਾਈ ਲਾਲੋ ਦਾ ਜ਼ਿਕਰ ਆਇਆ। ਤੋ ਕਿੰਨੀ ਮਹਾਨ ਸ਼ਖਸੀਅਤ ਹੋਏਗੀ ਭਾਈ ਲਾਲੋ, ਕਿੰਨਾ ਇਮਾਨਦਾਰੀ ਨਾਲ ਕਿਰਤ ਕਰਦੇ ਹੋਣ। ਸਤਿਗੁਰੂ ਜੀ ਇੱਥੇ ਗਏ ਤੇ ਭਾਈ ਲਾਲੋ ਘਰ ਹੀ ਰੁਕਣਾ ਕਰਦੇ ਨੇ, ਭਾਵੇਂ ਗਰੀਬ ਨੇ, ਤਰਖਾਨ ਨੇ, ਲੋਕ ਉਹਨਾਂ ਨੂੰ ਸ਼ੂਦਰ ਕਹਿੰਦੇ ਨੇ, ਪਰ ਸਤਿਗੁਰੂ ਰਹੇ ਤੇ ਭਾਈ ਲਾਲੋ ਦੇ ਘਰ ਰਹੇ। ਭਾਈ ਲਾਲੋ ਘਰ ਗਏ ਤੇ ਭਾਈ ਲਾਲੋ ਨੇ ਸਵਾਗਤ ਕੀਤਾ ਸਤਿਗੁਰੂ ਜੀ ਦਾ, ਔਰ ਅਦਬ ਦੇ ਵਾਸਤੇ ਭਾਈ ਲਾਲੋ ਕੀ ਕਰਦਾ ਵੀ ਜਿਹੜਾ ਵੀ ਪਲੰਗ ਘਰੇ ਮੌਜੂਦ ਸੀ, ਉਹ ਪਲੰਗ ਦੇ ਉੱਤੇ ਜੋ ਵੀ ਚਾਦਰਾਂ ਜਾਂ ਬਸਤਰ ਸੀ ਵਿਛਾਉਣ ਲੱਗਾ। ਤੇ ਸਤਿਗੁਰੂ ਜੀ ਨੇ ਪੁੱਛ ਲਿਆ, ਕਹਿਣ ਲੱਗੇ ਲਾਲੋ ਇਹ ਕੀ ਕਰਨ ਲੱਗਾ? ਕਹਿਣ ਲੱਗੇ ਮਹਾਰਾਜ ਤੁਹਾਡੇ ਵਾਸਤੇ ਮੈਂ ਪਲੰਗ ਸਜਾ ਰਿਹਾ। ਤੇ ਸਤਿਗੁਰੂ ਜੀ ਕਹਿੰਦੇ ਲਾਲੋ ਰੋਜ਼ ਪਲੰਗ ਤੇ ਬੈਠਦਾ, ਤੂੰ ਕਿੱਥੇ ਬੈਠਦਾ? ਤੇ ਲਾਲੋ ਕਹਿਣ ਲੱਗਾ ਪਾਤਸ਼ਾਹ ਮੈਂ ਤਾਂ ਰੋਜ਼ ਥੱਲੇ ਹੀ ਬੈਠ ਜਾਣਾ, ਮੈਨੂੰ ਪਲੰਗ ਵਿਛਾਉਣ ਦੀ ਕੀ ਲੋੜ? ਤੇ ਸਤਿਗੁਰੂ ਕਹਿੰਦੇ ਲਾਲੋ ਜੇ ਤੂੰ ਥੱਲੇ ਬੈਠਦਾ ਤੇ ਮੇਰੇ ਵੀ ਪਲੰਗ ਕਿਉਂ? ਤੇ ਲਾਲੋ ਕਹਿੰਦਾ ਪਾਤਸ਼ਾਹ ਮੈਂ ਗਰੀਬ, ਲੋਕ ਮੈਨੂੰ ਸ਼ੂਦਰ ਕਹਿੰਦੇ ਨੇ, ਤੇ ਤੁਸੀਂ ਦੀਨ ਦੁਨੀਆ ਦੇ ਪਾਤਸ਼ਾਹ, ਤੇ ਮੈਂ ਤੁਹਾਡੇ ਬਰਾਬਰ ਕਿਵੇਂ ਬੈਠ ਸਕਦਾ? ਤੁਹਾਨੂੰ ਮੈਂ ਥੱਲੇ ਕਿਵੇਂ ਬਿਠਾ ਸਕਦਾ? ਤੇ ਸਤਿਗੁਰੂ ਜੀ ਨੇ ਉੱਥੇ ਜਵਾਬ ਦਿੱਤਾ, ਕਹਿਣ ਲੱਗੇ ਲਾਲੋ ਇਹ ਗੱਲ ਨਾ ਕਹੀਂ ਅੱਗੇ ਤੋਂ, ਕਿਉਂਕਿ ਕਿਰਤ ਸੁੱਚੀ ਕਿਰਤ ਕਰਨ ਵਾਲੇ ਭਾਵੇਂ ਗਰੀਬ ਵੀ ਕਿਉਂ ਨਾ ਹੋਣ, ਦੁਨੀਆ ਦੇ ਵਿੱਚ ਸਭ ਤੋਂ ਉੱਚੇ ਹੁੰਦੇ ਨੇ, ਸਭ ਤੋਂ ਸਤਿਕਾਰੇ ਜਾਂਦੇ ਨੇ। ਕਿਰਤ ਕਰਨ ਵਾਲੇ ਨੀਵੇਂ ਨਹੀਂ ਹੁੰਦੇ, ਭਾਵੇਂ ਉਹ ਗਰੀਬ ਵੀ ਕਿਉਂ ਨਾ ਹੋਣ। ਮਹਾਰਾਜ ਕਹਿੰਦੇ ਅਸੀਂ ਤਾਂ ਤੁਹਾਡੇ ਬਰਾਬਰ ਹੀ ਬੈਠਣਾ। ਤੋ ਸਤਿਗੁਰੂ ਜੀ ਵੀ ਉੱਥੇ ਹੀ ਬੈਠੇ ਜਿੱਥੇ ਭਾਈ ਲਾਲੋ ਬੈਠਦਾ। ਇਤਿਹਾਸ ਦੱਸਦਾ ਵੀ ਭਾਈ ਲਾਲੋ ਦੀ ਪਤਨੀ ਪ੍ਰਸ਼ਾਦਾ ਲੈ ਕੇ ਆਉਂਦੀ ਆ। ਇਤਿਹਾਸ ਦੇ ਵਿੱਚ ਬਹੁਤ ਵਾਰ ਜ਼ਿਕਰ ਆਇਆ ਹੈ ਵੀ ਕੋਦਰੇ ਦੀ ਰੋਟੀ, ਸਰੋਂ ਦਾ ਸਾਗ, ਤੱਤ ਕੱਢ ਕੇ ਕਹੀਏ ਵੀ ਸੁੱਕੀ ਜੀ ਰੋਟੀ, ਕਿਉਂਕਿ ਜਿਹੋ ਜਿਹਾ ਘਰ ਅੰਨ ਪਾਣੀ ਮੌਜੂਦ ਸੀ ਉਹੀ ਲੈ ਕੇ ਆਉਣਾ ਸੀ। ਤੋ ਸੁੱਕੀ ਮਿੱਸੀ ਰੋਟੀ ਗੁਰੂ ਸਾਹਿਬ ਜੀ ਦੇ ਅੱਗੇ ਪਰੋਸੀ ਗਈ ਤੇ ਭਾਈ ਲਾਲੋ ਨੇ ਹੱਥ ਜੋੜ ਲਏ, ਕਹਿਣ ਲੱਗੇ ਪਾਤਸ਼ਾਹ ਮੈਂ ਗਰੀਬ, ਮੇਰੇ ਘਰ ਬਹੁਤੀਆਂ ਫੈਸਿਲਿਟੀਜ਼ ਨਹੀਂ, ਮੇਰੇ ਘਰ ਘਿਓ ਮੱਖਣੀਆਂ ਨਹੀਂ, ਤੇ ਮੈਂ ਚੋਪੜੀਆਂ ਖਵਾਉਣ ਦੇ ਸਮਰੱਥ ਨਹੀਂ। ਦਾਤਾ ਜੋ ਵੀ ਕੁਝ ਮੇਰੇ ਘਰ ਹੈ ਤੁਹਾਡੇ ਅੱਗੇ ਪਰੋਸ ਦਿੱਤਾ ਹੈ, ਮੇਰੇ ਗਰੀਬ ਨਿਮਾਣੇ ਜੇ ਦਾ ਇਹ ਪਰੋਸਿਆ ਹੋਇਆ ਪ੍ਰਵਾਨ ਕਰ ਲਿਓ। ਸਤਿਗੁਰੂ ਜੀ ਮੁਸਕਰਾਏ ਤੇ ਮਰਦਾਨੇ ਨੂੰ ਕਹਿਣ ਲੱਗੇ ਭਾਈ ਮਰਦਾਨਾ ਜੀ ਪ੍ਰਸ਼ਾਦਾ ਛਕੋ। ਭਾਈ ਮਰਦਾਨੇ ਨੇ ਬੁਰਕੀ ਤੋੜ ਕੇ ਮੂੰਹ ਚ ਪਾਈ, ਗੁਰੂ ਸਾਹਿਬ ਨੇ ਬੁਰਕੀ ਤੋੜ ਕੇ ਮੂੰਹ ਚ ਪਾਈ। ਭਾਈ ਮਰਦਾਨੇ ਨੇ ਸ਼ਬਦ ਵਰਤਿਆ, ਕਹਿਣ ਲੱਗੇ ਪਾਤਸ਼ਾਹ ਐਸੀ ਰੋਟੀ ਮੈਂ ਅੱਜ ਤੱਕ ਨਹੀਂ ਖਾਧੀ, ਤੇ ਮੈਨੂੰ ਰੋਟੀ ਇੰਝ ਜਾਪ ਰਿਹਾ ਜਿਵੇਂ ਅੰਮ੍ਰਿਤ ਹੋਵੇ। ਤੇ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ ਲਾਲੋ ਕਿਉਂ ਝੋਰਾ ਕਰਦਾ ਹੈ? ਗਰੀਬ ਦੀ ਰੋਟੀ ਸੁੱਕੀ ਵੀ ਕਿਉਂ ਨਾ ਹੋਵੇ,
ਸਾਡੇ ਵਾਸਤੇ ਉਹ ਅੰਮ੍ਰਿਤ ਦੇ ਹੀ ਸਮਾਨ ਹੈ। ਵਾਹਿਗੁਰੂ ਤੇ ਬੇਈਮਾਨੀ ਕਰਨ ਵਾਲਿਆਂ ਦੀਆਂ ਚੋਪੜੀਆਂ ਵੀ ਹੋਣ ਸਾਨੂੰ ਉਹ ਚੰਗੀਆਂ ਨਹੀਂ ਲੱਗਦੀਆਂ, ਤੇ ਇਮਾਨਦਾਰੀ ਨਾਲ ਕਿਰਤ ਕਰਨ ਵਾਲਿਆਂ ਦੀ ਸੁੱਕੀ ਰੋਟੀ ਵੀ ਸਾਨੂੰ ਪਰਵਾਹ। ਤੋ ਸਤਿਗੁਰੂ ਜੀ ਨੇ ਇੱਥੇ ਇਹ ਸੰਦੇਸ਼ ਦਿੱਤਾ ਕਿ ਭਾਈ ਇਮਾਨਦਾਰੀ ਦੇ ਨਾਲ ਭਾਵੇਂ ਘਰ ਦੇ ਵਿੱਚ ਸੁੱਕੀ ਵੀ ਬਣ ਰਹੀ ਏ, ਗੁਰੂ ਨਾਨਕ ਉਹਦੇ ਤੇ ਖੁਸ਼ ਹੋ ਜਾ। ਤੋ ਇੱਥੇ ਸਤਿਗੁਰੂ ਜੀ ਕੁਝ ਦਿਨ ਰਹੇ। ਭਾਈ ਲਾਲੋ ਨੇ ਇੰਨੀ ਸੇਵਾ ਕੀਤੀ। ਕੁਝ ਪੁਰਾਤਨ ਸਰੋਤਾਂ ਦੇ ਵਿੱਚ ਇੱਕ ਹਵਾਲਾ ਮਿਲਦਾ, ਇੱਕ ਜ਼ਿਕਰ ਆਇਆ, ਕਹਿੰਦੇ ਕੁਝ ਦਿਨ ਲੰਘੇ ਤੇ ਸਤਿਗੁਰੂ ਜੀ ਨੇ ਭਾਈ ਲਾਲੋ ਨੂੰ ਇੱਕ ਅਸੀਸ ਦਿੱਤੀ। ਕਹਿਣ ਲੱਗੇ, ਲਾਲੋ ਤੇਰੀ ਸੇਵਾ ਤੋਂ ਬਹੁਤ ਖੁਸ਼ ਹੋਏ ਆ, ਤੇਰੀ ਇਮਾਨਦਾਰੀ ਦੀ ਕਿਰਤ ਤੋਂ ਬਹੁਤ ਖੁਸ਼ ਹੋਏ ਆ, ਔਰ ਅੱਜ ਹਿਰਦੇ ਚੋਂ ਤੇਰੇ ਲਈ ਇੱਕ ਅਸੀਸ ਨਿਕਲ ਰਹੀ ਏ। ਲਾਲੋ ਸਾਡਾ ਹਿਰਦਾ ਤੈਨੂੰ ਇਹ ਅਸੀਸ ਦੇ ਰਿਹਾ ਹੈ ਕਿ ਲਾਲੋ ਤੂੰ ਸਦਾ ਕਿਰਤ ਕਰਦਾ ਰਹਿ, ਔਰ ਕਿਰਤ ਕਰਦਿਆਂ ਤੈਨੂੰ ਕਰਤਾਰ ਚੇਤੇ ਆ। ਕੀ ਬਾਤ ਹੈ। ਵਾਹਿਗੁਰੂ ਇਹ ਅਸੀਸ ਦਿੱਤੇ ਤੇ ਭਾਈ ਲਾਲੋ ਨੇ ਹੱਥ ਜੋੜ ਲਏ। ਕਹਿਣ ਲੱਗੇ, ਪਾਤਸ਼ਾਹ ਅਸੀਸ ਤੁਸੀਂ ਦਿੱਤੀ ਸ਼ੁਕਰ ਹੈ, ਪਰ ਇੱਕ ਸਵਾਲ ਉੱਠਿਆ, ਕਿਰਪਾ ਕਰਕੇ ਸਵਾਲ ਦਾ ਜਵਾਬ ਦਿਓ। ਤੇ ਸਤਿਗੁਰੂ ਜੀ ਕਹਿਣ ਲੱਗੇ, ਲਾਲੋ ਪੁੱਛੋ। ਲਾਲੋ ਕਹਿਣ ਲੱਗਾ, ਪਾਤਸ਼ਾਹ ਅੱਜ ਤੱਕ ਅਸੀਸਾਂ ਬਹੁਤ ਸੁਣੀਆਂ ਨੇ, ਕਈ ਵਾਰੀ ਬਜ਼ੁਰਗ ਅਸੀਸ ਦਿੰਦੇ ਵੇਖੇ ਨੇ। ਕੋਈ ਅਸੀਸ ਦਿੰਦਾ ਵੀ ਤੁਹਾਡੀ ਉਮਰ ਵੱਡੀ ਹੋਵੇ, ਕੋਈ ਅਸੀਸ ਦਿੰਦਾ ਵੀ ਜੁਗ ਜੁਗ ਜੀਵੋ, ਪਰ ਦਾਤਾ ਜੀ ਪਹਿਲੀ ਵਾਰ ਦੇਖਿਆ ਜਦੋਂ ਕੋਈ ਅਸੀਸ ਦੇ ਰਿਹਾ ਹੈ ਕਿ ਕਿਰਤ ਕਰੋ, ਔਰ ਕਿਰਤ ਕਰਦਿਆਂ ਕਰਤਾਰ ਚੇਤੇ ਆ। ਮਹਾਰਾਜ ਇਹ ਅਸੀਸ ਦੇ ਵਿੱਚ ਵੱਖਰਾਪਣ ਕਿਉਂ? ਤੇ ਸਤਿਗੁਰੂ ਮੁਸਕਰਾ ਕੇ ਕਹਿਣ ਲੱਗੇ, ਲਾਲੋ ਅਸੀਸ ਦੇਣ ਨੂੰ ਮੈਂ ਦੇ ਸਕਦਾ ਸੀ ਵੀ ਉਮਰ ਵੱਡੀ ਹੋਵੇ, ਤੇ ਕਈ ਦਿੰਦੇ ਵੀ ਨੇ, ਔਰ ਆਪਾਂ ਦੇਖਿਆ ਵੀ ਕਈਆਂ ਦੀ ਉਮਰ ਹੁੰਦੀ ਵੀ ਬਹੁਤ ਵੱਡੀ ਹੈ, ਕੋਈ 80 85 90 ਸਾਲ, ਕੋਈ 100 ਸਾਲ ਵੀ ਛੂ ਕੇ ਜਾਂਦਾ ਰਿਹਾ ਪੁਰਾਣੇ ਸਮੇਂ ਦੇ ਵਿੱਚ। ਕਹਿੰਦੇ ਕਈਆਂ ਦੀ ਉਮਰ ਬਹੁਤ ਵੱਡੀ ਹੁੰਦੀ ਏ, ਪਰ ਇੰਨੀ ਉਮਰ ਲੈ ਕੇ ਜੇ ਉਹ ਆਪਣੀ ਰੋਟੀ ਆਪ ਕਮਾ ਕੇ ਨਹੀਂ ਖਾ ਸਕਦਾ, ਤੇ ਏਡੀ ਵੱਡੀ ਉਮਰ ਵੀ ਉਹਦੀ ਮਿੱਟੀ ਹੈ। ਪਰ ਥੋੜੀ ਉਮਰ ਲੈ ਕੇ ਵੀ ਜੇ ਅਸੀਂ ਹੱਕ ਸੱਚ ਦੀ ਕਮਾਈ ਕਰ ਰਹੇ ਹਾਂ, ਉਨੀ ਉਮਰ ਵੀ ਪ੍ਰਵਾਨ ਹੋ ਜਾਵੇਗੀ। ਇਸ ਕਰਕੇ ਸਾਡੇ ਲਈ ਇਹ ਅਸੀਸ ਨਹੀਂ ਕਿ ਕੋਈ ਵੱਡੀ ਉਮਰ ਜੀਵੇ, ਸਭ ਤੋਂ ਵੱਡੀ ਅਸੀਸ ਹੀ ਇਹ ਹੈ ਕਿ ਉਮਰ ਜਿੰਨੀ ਮਰਜ਼ੀ ਹੋਵੇ, ਪਰ ਉਸ ਉਮਰ ਦੇ ਵਿੱਚ ਵੀ ਬੰਦਾ ਆਪ ਕਿਰਤ ਕਰਕੇ ਖਾਵੇ, ਔਰ ਕਿਰਤ ਕਰਦਿਆਂ ਪ੍ਰਮਾਤਮਾ ਨੂੰ ਚੇਤੇ ਰੱਖੇ। ਇਹੀ ਸਭ ਤੋਂ ਵੱਡੀ ਅਸੀਸ ਹੈ। ਭਾਈ ਲਾਲੋ ਨੇ ਹੱਥ ਜੋੜ ਲਏ ਤੇ ਕੁਝ ਸਮਾਂ ਇੱਥੇ ਰਹੇ, ਜਿੱਥੇ ਸਤਿਗੁਰੂ ਜੀ ਨੇ ਕਿਰਤ ਕਰਨ ਦੀ ਅਸੀਸ ਦਿੱਤੀ, ਔਰ ਕਿਰਤ ਕਰਨ ਵਾਲਿਆਂ ਦਾ ਸਤਿਕਾਰ ਕਰਦੇ ਨੇ। ਉੱਥੇ ਮੇਰੇ ਸਤਿਗੁਰੂ ਜੀ ਨੇ ਉਹਨਾਂ ਲੋਕਾਂ ਨੂੰ ਵੀ ਸਮਝਾਉਣਾ ਕੀਤਾ ਹੈ, ਜਿਹੜੇ ਲੋਕ ਲੋਕਾਂ ਨੂੰ ਠੱਗ ਕੇ ਔਰ ਬੇਈਮਾਨੀਆਂ ਕਰਕੇ ਪੈਸੇ ਇਕੱਠੇ ਕਰਦੇ, ਉਹਨਾਂ ਨੂੰ ਵੀ ਮੇਰੇ ਸਤਿਗੁਰੂ ਜੀ ਨੇ ਵਰਜਿਆ। ਇਸੇ ਹੀ ਏਮਨਾਬਾਦ ਦੀ ਧਰਤੀ ਤੇ ਇੱਕ ਮਲਕ ਭਾਗੋ ਨਾਮ ਦਾ ਸ਼ਖਸ ਰਹਿੰਦਾ ਹੈ। ਇੱਥੋਂ ਦੇ ਨਵਾਬ ਦਾ ਵਜ਼ੀਰ ਸੀ ਇਹ, ਔਰ ਇਹਦੇ ਕੋਲ ਧਨ ਦੌਲਤ ਤਾਂ ਬਹੁਤ ਸੀ, ਪਰ ਲੋਕਾਂ ਨੂੰ ਠੱਗ ਕੇ, ਲੋਕਾਂ ਦੇ ਨਾਲ ਜ਼ੁਲਮ ਕਰਕੇ, ਲੋਕਾਂ ਦਾ ਖੂਨ ਨਿਚੋੜ ਕੇ ਇਹਨੇ ਸਾਰਾ ਧਨ ਇਕੱਠਾ ਕੀਤਾ ਸੀ। ਪਰ ਕਈ ਵਾਰੀ ਨਾ ਇੱਕ ਬੇਈਮਾਨੀ ਕਰਨ ਵਾਲਿਆਂ ਦਾ ਸੁਭਾਅ ਹੁੰਦਾ ਹੈ। ਬੇਈਮਾਨੀ ਕਰਕੇ ਇਹ ਧਨ ਇਕੱਠਾ ਕਰਦੇ ਨੇ, ਪਰ ਨਾਲ ਕੋਈ ਨਾ ਕੋਈ ਧਰਮ ਦਾ ਕਰਮ ਵੀ ਕਰ ਲੈਂਦੇ ਨੇ, ਤਾਂ ਕਿ ਅੰਦਰ ਨੂੰ ਇਹ ਤਸੱਲੀ ਦੇ ਦੇਣ ਵੀ ਅਸੀਂ ਧਰਮੀ ਹਾਂ, ਸਾਡੀ ਬੇਈਮਾਨੀ ਬਖਸ਼ੀ ਜਾਏਗੀ। ਤੋ ਇਹ ਮਲਕ ਭਾਗੋ ਵੀ ਇੱਕ ਕੰਮ ਕਰਦਾ ਸੀ ਵੀ ਇਹ ਬ੍ਰਹਮ ਭੋਜ ਕਰਾ ਦਿੰਦਾ, ਜਿਹਨੂੰ ਅੱਜ ਦੀ ਭਾਸ਼ਾ 'ਚ ਆਪਾਂ ਕਹਿ ਦਿੰਦੇ ਵੀ ਲੰਗਰ ਲਾਉਣਾ। ਪਰ ਉਹਨਾਂ ਦਾ ਲੰਗਰ ਲਾਉਣ 'ਚ ਇੱਕ ਵਖਰੇਵਾ ਇਹ ਹੁੰਦਾ ਸੀ ਕਿ ਉਹਨਾਂ ਦੇ ਵਿੱਚ ਪੰਥ ਦਾ ਸਿਧਾਂਤ ਨਹੀਂ ਸੀ ਹੁੰਦਾ। ਭੋਜਨ ਤਾਂ ਛਕਾਉਂਦੇ ਸਨ, ਇਹ ਮਲਕ ਭਾਗੋ ਭੋਜਨ ਛਕਾਉਂਦਾ ਸੀ, ਔਰ ਅਲੱਗ-ਅਲੱਗ ਵਰਨ ਵਾਲਿਆਂ, ਅਲੱਗ-ਅਲੱਗ ਜਾਤੀ ਵਾਲਿਆਂ ਨੂੰ ਸੱਦਦਾ ਸੀ। ਪਰ ਇਹ ਕੰਮ ਇਹ ਕਰਦਾ ਸੀ ਵੀ ਹਰ ਕਿਸੇ ਵਾਸਤੇ ਪੰਗਤ ਵੱਖਰੀ ਹੁੰਦੀ ਸੀ। ਬ੍ਰਾਹਮਣ ਨੂੰ ਛਕਾਉਣਾ ਉਹਦੀ ਪੰਗਤ ਵੱਖਰੀ ਸੀ, ਸ਼ੂਦਰ ਨੂੰ ਛਕਾਉਣਾ ਤੇ ਉਹਦੀ ਪੰਗਤ ਵੱਖਰੀ ਸੀ। ਬ੍ਰਾਹਮਣ ਲਈ ਭੋਜਨ ਬਣਾਉਣ ਵਾਲੇ ਕੋਈ ਹੋਰ ਸਨ, ਸੁਚਮਤਾ ਰੱਖਦੇ ਸਨ, ਤੇ ਸ਼ੂਦਰ ਲਈ ਭੋਜਨ ਬਣਾਉਣ ਵਾਲੇ ਕੋਈ ਵੱਖਰੇ ਸਨ, ਔਰ ਉਹ ਸੁਚਮਤਾ ਦੀ ਪਰਵਾਹ ਨਹੀਂ ਸੀ ਕਰਦੇ। ਇਸ ਪ੍ਰਕਾਰ ਵਖਰੇਵਾਂ ਪਾ ਕੇ ਇਹ ਪ੍ਰਸ਼ਾਦਾ ਛਕਾਉਂਦਾ ਸੀ। ਤੋ ਇਹਨੇ ਬੜੇ ਸਾਧੂਆਂ ਨੂੰ ਸੱਦਾ ਦਿੱਤਾ, ਤੇ ਗੁਰੂ ਨਾਨਕ ਸਾਹਿਬ ਉਸ ਵਕਤ ਇੱਥੇ ਮੌਜੂਦ ਸਨ, ਤੇ ਗੁਰੂ ਨਾਨਕ ਸਾਹਿਬ ਬੜੇ ਫੇਮਸ ਹੋ ਚੁੱਕੇ ਸਨ ਉਸ ਵਕਤ। ਮਲਕ ਭਾਗੋ ਗੁਰੂ ਨਾਨਕ ਸਾਹਿਬ ਨੂੰ ਵੀ ਸੱਦਾ ਦਿੰਦਾ। ਪਹਿਲਾਂ ਤਾਂ ਸਤਿਗੁਰੂ ਜੀ ਨੇ ਇਨਕਾਰ ਕਰ ਦਿੱਤਾ, ਵਾਰ-ਵਾਰ ਨੌਕਰ ਆਉਂਦੇ, ਸਤਿਗੁਰੂ ਜੀ ਇਨਕਾਰ ਕਰ ਦਿੰਦੇ। ਪਰ ਨੌਕਰਾਂ ਦੇ ਵਾਰ-ਵਾਰ ਬੇਨਤੀ ਕਰਨ ਤੇ ਗੁਰੂ ਨਾਨਕ ਸਾਹਿਬ ਜੀ ਮਲਕ ਭਾਗੋ ਦੀ ਹਵੇਲੀ ਜਾਂਦੇ ਨੇ, ਪਰ ਉੱਥੇ ਜਾ ਕੇ ਪ੍ਰਸ਼ਾਦਾ ਨਹੀਂ ਛਕਦੇ। ਮਲਕ ਭਾਗੋ ਨੇ ਵਾਰ-ਵਾਰ ਕਿਹਾ ਕਿ ਨਾਨਕ ਤਪਾ ਜੀ ਕਿਰਪਾ ਕਰਕੇ ਪ੍ਰਸ਼ਾਦਾ ਛਕੋ,
ਅਸੀਂ ਬਣਾਇਆ ਹੈ, ਸਾਧੂਆਂ ਨੂੰ ਭੋਜਨ ਛਕਾ ਰਹੇ ਹਾਂ। ਗੁਰੂ ਸਾਹਿਬ ਕਹਿੰਦੇ ਨਹੀਂ ਭਾਗੋ, ਤੇਰਾ ਪ੍ਰਸ਼ਾਦਾ ਅਸੀਂ ਨਹੀਂ ਛਕ ਸਕਦੇ। ਮਲਕ ਭਾਗੋ ਕਹਿਣ ਲੱਗਾ ਪ੍ਰਸ਼ਾਦਾ ਚੋਪੜੀਆਂ ਹੋਈਆਂ ਰੋਟੀਆਂ, ਤੁਸੀਂ ਦੇਖੋ ਕਿੰਨਾ ਕੀਮਤੀ ਭੋਜਨ ਹੈ, ਤੁਸੀਂ ਲਾਲੋ ਦੇ ਘਰ ਰੁੱਖੀ ਰੋਟੀ ਛਕ ਲੈਂਦੇ ਹੋ ਤੇ ਮੇਰੇ ਘਰ ਇੰਨਾ ਕੀਮਤੀ ਤੇ ਇੰਨਾ ਸੁੱਚਾ ਭੋਜਨ ਨਹੀਂ ਛਕ ਰਹੇ। ਗੁਰੂ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਮਲਕ ਭਾਗੋ, ਲਾਲੋ ਦੇ ਪ੍ਰਸ਼ਾਦੇ ਬਣਾਉਣ ਦਾ ਤਰੀਕਾ ਕੋਈ ਹੋਰ ਹੈ ਤੇ ਤੇਰੇ ਪ੍ਰਸ਼ਾਦੇ ਬਣਾਉਣ ਦਾ ਤਰੀਕਾ ਕੋਈ ਹੋਰ ਹੈ। ਮੈਨੂੰ ਲਾਲੋ ਦਾ ਤਰੀਕਾ ਪਸੰਦ ਆ ਗਿਆ ਹੈ, ਤੇਰਾ ਪਸੰਦ ਨਹੀਂ ਆਇਆ, ਇਸ ਕਰਕੇ ਮੈਂ ਉਹਦਾ ਪ੍ਰਸ਼ਾਦਾ ਪ੍ਰਵਾਨ ਕਰ ਲਿਆ, ਤੇਰਾ ਨਹੀਂ ਕੀਤਾ। ਮਲਕ ਭਾਗੋ ਕਹਿਣ ਲੱਗਾ ਕਮਾਲ ਹੋ ਗਈ, ਲਾਲੋ ਸ਼ੂਦਰ ਤੇ ਜਦੋਂ ਉਹ ਪ੍ਰਸ਼ਾਦਾ ਬਣਾਉਂਦਾ ਕੋਈ ਸਾਫ਼ ਸਫਾਈ ਦਾ, ਸੁਚਮਤਾ ਦਾ ਧਿਆਨ ਨਹੀਂ ਰੱਖਦਾ, ਤੇ ਮੇਰੇ ਘਰ ਭੋਜਨ ਬਣਿਆ ਇੰਨੀ ਸੁਚਮਤਾ ਦੇ ਨਾਲ ਬਣਿਆ, ਇੰਨੇ ਤਰੀਕੇ ਦੇ ਨਾਲ ਬਣਿਆ ਤੇ ਇੰਨਾ ਕੀਮਤੀ ਬਣਿਆ, ਤੁਸੀਂ ਕਹਿੰਦੇ ਮੇਰਾ ਤਰੀਕਾ ਪ੍ਰਵਾਨ ਨਹੀਂ ਆਇਆ। ਕਿਵੇਂ ਨਹੀਂ ਆਇਆ? ਤੇ ਗੁਰੂ ਸਾਹਿਬ ਕਹਿੰਦੇ ਭਾਗੋ ਹੁਣ ਧਿਆਨ ਦੇ ਕੇ ਸੁਣ, ਲਾਲੋ ਦੇ ਘਰ ਪ੍ਰਸ਼ਾਦਾ ਬਣਦਾ ਹੈ ਤੇ ਦੇਖ ਤਰੀਕਾ ਕੀ ਹੈ। ਲਾਲੋ ਅੰਮ੍ਰਿਤ ਵੇਲੇ ਉੱਠਦਾ ਹੈ ਤੇ ਪ੍ਰਮਾਤਮਾ ਨੂੰ ਯਾਦ ਕਰਦਾ ਹੈ, ਪ੍ਰਮਾਤਮਾ ਨੂੰ ਯਾਦ ਕਰਦਿਆਂ ਕਿਰਤ ਕਰਨ ਨਿਕਲਦਾ ਹੈ, ਔਰ ਕਿਰਤ ਕਰਦਿਆਂ ਹੱਕ ਸੱਚ ਦੀ ਕਮਾਈ ਕਰਕੇ ਲਿਆਉਂਦਾ ਹੈ, ਔਰ ਉਸ ਕਮਾਈ ਦੇ ਨਾਲ ਉਹਦੀ ਰੋਟੀ ਬਣਦੀ ਏ। ਪਰ ਤੂੰ ਚੇਤੇ ਕਰ, ਤੂੰ ਸੁਬਾਹ ਉੱਠਦਾ ਹੈ, ਕਿਸੇ ਦਾ ਬੁਰਾ ਚਿਤਵਦਾ ਹੈ, ਕਿਸੇ ਦੀ ਨਿੰਦਿਆ ਕਰਦਾ ਹੈ, ਔਰ ਮਨ ਦੇ ਵਿੱਚ ਈਰਖਾ ਲੈ ਕੇ, ਮਨ ਦੇ ਵਿੱਚ ਪਾਪ ਲੈ ਕੇ ਲੋਕਾਂ ਤੇ ਜ਼ੁਲਮ ਕਰਕੇ ਧਨ ਇਕੱਠਾ ਕਰਦਾ ਹੈ, ਔਰ ਜ਼ੁਲਮ ਕਰਕੇ ਕੀਤੀ ਕਮਾਈ ਚੋਂ ਪ੍ਰਸ਼ਾਦਾ ਬਣਦਾ ਹੈ। ਭਾਗੋ, ਲਾਲੋ ਦੀ ਸੁੱਕੀ ਰੋਟੀ ਦੇ ਵਿੱਚੋਂ ਵੀ ਮੈਨੂੰ ਇਮਾਨਦਾਰੀ ਦੀ ਖੁਸ਼ਬੂ ਆ ਰਹੀ ਹੈ, ਔਰ ਤੇਰੇ ਚੋਪੜੀਆਂ ਦੇ ਵਿੱਚੋਂ ਵੀ ਮੈਨੂੰ ਬੇਈਮਾਨੀ ਦੀ ਬਦਬੂ ਆ ਰਹੀ ਹੈ। ਇਸ ਕਰਕੇ ਮੈਨੂੰ ਲਾਲੋ ਦਾ ਭੋਜਨ ਪ੍ਰਵਾਨ, ਪਰ ਤੇਰਾ ਪ੍ਰਵਾਨ ਨਹੀਂ। ਤੇ ਇੱਥੇ ਗੁਰੂ ਸਾਹਿਬ ਜੀ ਨੇ ਇਹ ਅਹਿਸਾਸ ਕਰਾ ਦਿੱਤਾ। ਚਲੋ ਸਾਰੇ ਇਤਿਹਾਸਕਾਰ ਆਪੋ ਆਪਣੇ ਐਂਗਲ ਦੇ ਨਾਲ ਸਾਖੀ ਸੁਣਾਉਂਦੇ ਨੇ, ਪਰ ਮੈਂ ਜਿਹੜੇ ਐਂਗਲ ਦੇ ਨਾਲ ਸੁਣਾਉਣਾ ਚਾਹੁੰਦਾ ਹੈ ਕਿ ਸਤਿਗੁਰੂ ਜੀ ਨੇ ਇਹ ਅਹਿਸਾਸ ਕਰਾ ਦਿੱਤਾ ਕਿ ਲਾਲੋ ਦੀ ਇਮਾਨਦਾਰੀ ਰੋਟੀ ਇਸ ਤਰ੍ਹਾਂ ਹੈ ਜਿਵੇਂ ਅੰਮ੍ਰਿਤ ਹੋਵੇ, ਤੇ ਭਾਗੋ ਤੇਰੀ ਬੇਈਮਾਨੀ ਦੀ ਰੋਟੀ ਇਸ ਤਰ੍ਹਾਂ ਹੈ ਜਿਵੇਂ ਗਰੀਬਾਂ ਦਾ ਖੂਨ ਨਿਚੜ ਰਿਹਾ ਹੋ। ਸਤਿਗੁਰੂ ਜੀ ਨੇ ਅਹਿਸਾਸ ਕਰਾ ਦਿੱਤਾ ਤੇ ਦੁਨੀਆ ਨੂੰ ਸੰਦੇਸ਼ ਦੇ ਦਿੱਤਾ ਕਿ ਭਾਈ ਤੁਸੀਂ ਜੇ ਬੇਈਮਾਨੀ ਕਰਕੇ ਧਨ ਇਕੱਠਾ ਕਰ ਰਹੇ ਹੋ, ਧਨ ਪਰਮਾਤਮਾ ਦੇ ਘਰ ਪ੍ਰਵਾਨ ਨਹੀਂ ਹੋ ਸਕਦਾ, ਔਰ ਇਮਾਨਦਾਰੀ ਦੀ ਰੁੱਖੀ ਰੋਟੀ ਵੀ ਗੁਰੂ ਨਾਨਕ ਪ੍ਰਵਾਨ ਕਰ ਲੈ। ਇਸੇ ਕਰਕੇ ਸਤਿਗੁਰੂ ਜੀ ਦੇ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ ਨਾ ਕਿ ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ, ਗ੍ਰਹਿ ਸਾਕਤ ਛੱਤੀ ਹੀ ਪ੍ਰਕਾਰ ਤੇ ਬਿਖੂ ਸਮਾਨ। ਸਤ ਪੁਰਸ਼ਾਂ ਦਾ ਉੱਚੇ ਸੁੱਚੇ ਜੀਵਨ ਵਾਲਿਆਂ ਦੀ ਰੁੱਖੀ ਰੋਟੀ ਵੀ ਅੰਮ੍ਰਿਤ ਵਾਂਗ ਹੁੰਦੀ ਹੈ, ਤੇ ਬੇਈਮਾਨੀਆਂ ਦੀ ਚੋਪੜੀ ਵੀ ਮਹਾਰਾਜ ਕਹਿੰਦੇ ਜ਼ਹਿਰ ਦੇ ਵਰਗੀ। ਤੋ ਸਤਿਗੁਰੂ ਜੀ ਨੇ ਇੱਥੇ ਕਿਰਤ ਕਰਨ ਦਾ ਵੀ ਸੰਦੇਸ਼ ਦਿੱਤਾ ਹੈ, ਔਰ ਨਾਲ ਇਹ ਵੀ ਸੰਦੇਸ਼ ਦਿੱਤਾ ਹੈ ਕਿ ਭਾਈ ਜੇ ਕਿਰਤ ਕਰ ਰਹੇ ਹੋ ਤਾਂ ਇਹ ਧਿਆਨ ਰੱਖੋ ਕਿ ਤੁਹਾਡੀ ਕਿਰਤ ਹੱਕ ਦੀ ਹੋਵੇ, ਸੱਚ ਦੀ ਹੋਵੇ, ਬੇਈਮਾਨੀ ਕਰਕੇ ਕਿਰਤ ਨਹੀਂ ਕਮਾਉਣੀ। ਸ਼ਾਇਦ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ 52 ਹੁਕਮਾਂ ਦੇ ਵਿੱਚੋਂ ਪਹਿਲਾ ਹੁਕਮ ਹੀ ਇਹ ਦਿੱਤਾ ਕਿ ਕਿਰਤ ਕਰਨੀ ਹੈ, ਪਰ ਧਰਮ ਦੀ ਕਰਨੀ ਹੈ। ਔਰ ਸਤਿਗੁਰੂ ਰਹਿਮਤ ਕਰਨ, ਅਸੀਂ ਸਾਰੇ ਕਿਰਤ ਦੇ ਵਿੱਚ ਜੁੜੇ ਹਾਂ। ਕੋਈ ਸਕੂਲਾਂ ਦੇ ਵਿੱਚ ਨੌਕਰੀ ਕਰ ਰਿਹਾ, ਕੋਈ ਕੰਪਨੀ ਦੇ ਵਿੱਚ ਨੌਕਰੀ ਕਰ ਰਿਹਾ, ਸਤਿਗੁਰੂ ਜੀ ਰਹਿਮਤ ਕਰਿਓ ਅਸੀਂ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਕਰਨੀ ਸਿੱਖ ਲਈਏ, ਨਾ ਕੋਈ ਬੇਈਮਾਨੀ ਨਾਲ ਪੈਸਾ ਇਕੱਠਾ ਕਰੀਏ, ਔਰ ਜਿਹੜਾ ਕੰਮ ਕਰ ਰਹੇ ਆ ਉਹਨੂੰ ਵੀ ਇਮਾਨਦਾਰੀ ਨਾਲ ਕਰੀਏ। ਕਿਉਂਕਿ ਬੇਈਮਾਨੀ ਕੇਵਲ ਇਹ ਨਹੀਂ ਹੁੰਦੀ ਵੀ ਪੈਸਾ ਚੋਰੀ ਕਰਕੇ ਲੈ ਆਂਦਾ, ਜਿਹੜਾ ਸਾਨੂੰ ਕਿਰਤ ਦੇ ਵਿੱਚ ਫਰਜ਼ ਮਿਲਿਆ, ਜੇ ਉਹ ਫਰਜ਼ ਵੀ ਇਮਾਨਦਾਰੀ ਨਾਲ ਨਿਭਾ ਨਹੀਂ ਰਹੇ ਤੇ ਉਹ ਵੀ ਬੇਈਮਾਨੀ ਹੀ ਹੋਏ। ਮੰਨ ਲਓ ਕੋਈ ਪੁਲਿਸ ਵਾਲਾ ਨੌਕਰੀ ਕਰ ਰਿਹਾ, ਔਰ ਜੇ ਡਿਊਟੀ ਦੇ ਵਿੱਚ ਇਨਸਾਫ ਨਹੀਂ ਕਰ ਰਿਹਾ, ਭਾਵੇਂ ਉਹ ਕੋਈ ਰਿਸ਼ਵਤ ਨਾ ਲਵੇ, ਪਰ ਜੇ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਕਰ ਰਿਹਾ, ਨਾਕੇ ਤੇ ਖੜਾ ਹੈ ਔਰ ਨਾਕੇ ਤੇ ਇਮਾਨਦਾਰੀ ਨਾਲ ਕੰਮ ਨਹੀਂ ਕਰ ਰਿਹਾ, ਉਹ ਵੀ ਬੇਈਮਾਨੀ ਦੇ ਵਿੱਚ ਹੀ ਆਏਗਾ। ਕੋਈ ਵਕੀਲ ਬਣਿਆ ਔਰ ਜੇ ਸੱਚ ਲਈ ਕੇਸ ਨਹੀਂ ਲੜ ਰਿਹਾ, ਝੂਠ ਨਹੀਂ ਲੜ ਰਿਹਾ, ਉਹਨੂੰ ਵੀ ਮਹਾਰਾਜ ਨੇ ਬੇਈਮਾਨੀ ਮੰਨਿਆ। ਤੋ ਕਿਰਤ ਕੋਈ ਵੀ ਕਰਦੇ ਆ, ਜਿਹੜਾ ਵੀ ਫਰਜ਼ ਮਿਲਿਆ ਹੈ, ਫਰਜ਼ ਨੂੰ ਇਮਾਨਦਾਰੀ ਨਾਲ ਨਿਭਾਈਏ, ਤਾਂ ਹੀ ਇਹ ਕਿਰਤ ਸਤਿਗੁਰੂ ਦੇ ਘਰ ਪ੍ਰਵਾਨ ਹੋ ਸਕਦੀ ਹੈ। ਸਤਿਗੁਰੂ ਜੀ ਰਹਿਮਤ ਕਰਨ, ਸਾਨੂੰ ਹੱਕ ਸੱਚ ਦੀ ਕਮਾਈ ਕਰਨੀ ਆ ਜਾਵੇ। ਬਹੁਤ ਅੱਛੇ, ਬਹੁਤ ਅੱਛੇ। ਸਾਡੇ ਕੋਲ ਦੋ ਤਰ੍ਹਾਂ ਦਾ ਖਜ਼ਾਨਾ ਹੈ, ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਅਤੇ ਗੁਰੂ ਸਾਹਿਬ ਜੀ ਦੀਆਂ ਸਾਖੀਆਂ, ਗੁਰੂ ਸਾਹਿਬ ਦੇ ਕੀਤੇ ਹੋਏ ਕੌਤਕ।
ਜਦੋਂ ਵੀ ਇਹ ਖਜ਼ਾਨਾ ਦੁਨੀਆ ਦੇ ਸਾਹਮਣੇ ਰੱਖਣਾ ਹੈ, ਚਾਹੇ ਉਹ ਗੁਰਸਿੱਖ ਪਰਿਵਾਰ ਨੇ, ਚਾਹੇ ਉਹ ਹੋਰ ਕੌਮ ਨਾਲ ਸੰਬੰਧਿਤ ਨੇ, ਜਿਸ ਦੇ ਸਾਹਮਣੇ ਇਹ ਅਸੀਂ ਖਜ਼ਾਨਾ ਰੱਖਦੇ ਹਾਂ, ਜਿਹਨੂੰ ਕਹਿੰਦੇ ਸਿੱਖੀ ਵੰਡਣੀ, ਜਿਹਨੂੰ ਕਹਿੰਦੇ ਵਿਰਸਾ ਵੰਡਣਾ, ਜਿਹਨੂੰ ਕਹਿੰਦੇ ਗੁਰੂ ਗਿਆਨ ਵੰਡਣਾ, ਉਹਦੇ 'ਚ ਸਭ ਤੋਂ ਪਹਿਲਾਂ ਜ਼ਰੂਰੀ ਹੁੰਦਾ ਹੈ ਕਿ ਤੁਹਾਡੀ ਸ਼ਬਦਾਵਲੀ ਅਪਰੋਚੇਬਲ ਹੋਵੇ, ਉਹਦੇ ਹਿਰਦੇ ਤੱਕ ਪਹੁੰਚ ਜਾਵੇ, ਉਹਦੇ ਹਿਰਦੇ ਨੂੰ ਛਲਣੀ ਕਰ ਦੇਵੇ, ਸਾਹਮਣੇ ਵਾਲੇ ਨੂੰ ਮਹਿਸੂਸ ਹੋਵੇ। ਇੱਥੇ ਮੈਂ ਇਸੇ ਸਾਖੀ ਦਾ ਇੱਕੋ ਪੱਖ ਜਿਹੜਾ ਤੁਸੀਂ ਲਾਸਟ ਤੇ ਟੱਚ ਕੀਤਾ ਸੀ, ਕੈਸਾ ਉਹ ਸੀਨ ਹੋਏਗਾ ਜਿਸ ਮਲਕ ਭਾਗੋ ਦੀਆਂ ਬੇਈਮਾਨੀਆਂ ਦੇ ਸਾਹਮਣੇ ਹਰ ਕੋਈ ਝੁਕਦਾ ਸੀ ਤੇ ਉਹਦੀਆਂ ਬੇਈਮਾਨੀਆਂ ਦਾ ਸ਼ਿਕਾਰ ਹੁੰਦਾ ਸੀ। ਇੱਕ ਗਰੀਬ ਦੇ ਘਰ ਵਿੱਚ ਕੁਝ ਵੀ ਨਹੀਂ ਤੇ ਸਤਿਗੁਰੂ ਜੀ ਦੇਖਦੇ ਸਨ ਕਿ ਉਹਦੇ ਸਿਪਾਹੀ ਉਹਨੂੰ ਕੁੱਟਦੇ ਪਏ ਨੇ ਕਿ ਬ੍ਰਹਮ ਭੋਜ ਦੇ ਵਿੱਚ ਤੈਨੂੰ ਕੁਝ ਭੇਜਣਾ ਪਵੇਗਾ। ਸਤਿਗੁਰੂ ਜੀ ਦੇ ਸਾਹਮਣੇ ਉਸ ਗਰੀਬ ਨੂੰ ਕੁੱਟਿਆ ਗਿਆ, ਸਤਿਗੁਰਾਂ ਨੇ ਉਹਦੀ ਪੀੜਾ ਨੂੰ ਸਮਝਿਆ ਤੇ ਜਦੋਂ ਬ੍ਰਹਮ ਭੋਜ ਵਿੱਚ ਸਾਰੇ ਇਕੱਠੇ ਹੋਏ ਸੀ, ਉਹ ਗਰੀਬ ਵੀ ਸਨ ਜਿਹੜੇ ਗਰੀਬਾਂ ਦਾ ਉਹਨੇ ਖੂਨ ਚੂਸਿਆ ਸੀ, ਜਿਹੜੇ ਗਰੀਬਾਂ ਦੇ ਨਾਲ ਉਹਨੇ ਨਾਇਨਸਾਫੀ ਕੀਤੀ ਸੀ ਔਰ ਜਿਨ੍ਹਾਂ ਦੇ ਹੱਕ ਮਾਰੇ ਸਨ। ਹੁਣ ਸੋਚ ਕੇ ਦੇਖੋ, ਅੱਜ ਪਹਿਲੀ ਵਾਰ ਸੀ, ਕੈਸਾ ਮਾਹੌਲ ਹੋਵੇਗਾ ਜਦੋਂ ਗੁਰੂ ਪਾਤਸ਼ਾਹ ਨੇ ਇੱਕ ਹੱਥ ਦੇ ਵਿੱਚ ਮਲਕ ਭਾਗੋ ਦੀ ਉਹ ਕੋਦਰਬ ਦੀ ਰੋਟੀ, ਇੱਥੇ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ, ਜਿਵੇਂ ਪੰਜਾਬ ਦੇ ਵਿੱਚ ਚਲਾਈ ਦਾ ਸਾਗ ਹੁੰਦਾ ਹੈ, ਉਹ ਬਣਾਉਨੇ ਆ, ਛੇਤੀ ਸੁੱਕ ਜਾਂਦਾ ਹੈ, ਤੇ ਏਮਨਾਬਾਦ ਦੇ ਇਲਾਕੇ ਵਿੱਚ ਕੋਦਰਬ ਦੀ ਇੱਕ ਬੂਟੀ ਹੈ ਜਿਹਦੇ ਸੇਮ ਚਲਾਈ ਵਾਂਗ ਉਹਦਾ ਜਿਹੜਾ ਸਾਗ ਬਣਦਾ ਹੈ ਛੇਤੀ ਸੁੱਕ ਜਾਂਦਾ ਹੈ, ਉਸੇ ਦੀ ਰੋਟੀ ਬਣਾਈ ਜਾਂਦੀ ਹੈ, ਸੁੱਕਾ ਟੋਕਰ ਬਣ ਜਾਂਦਾ ਹੈ। ਕੋਦਰਬ ਦੀ ਰੋਟੀ ਤੇ ਉਸੇ ਦਾ ਬਣਿਆ ਉਹ ਸਾਗ, ਜਦੋਂ ਗੁਰੂ ਪਾਤਸ਼ਾਹ ਨੇ ਉਹ ਰੋਟੀ ਨੂੰ ਇੱਕ ਹੱਥ 'ਚ ਫੜਿਆ ਤੇ ਉਹਦੇ ਮਾਲ ਪੂੜੇ ਨੂੰ ਦੂਸਰੇ ਹੱਥ 'ਚ ਫੜਿਆ, ਕੈਸਾ ਮਾਹੌਲ ਹੋਏਗਾ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਮਲਕ ਭਾਗੋ ਨੂੰ ਕਹਿੰਦੇ ਨੇ, ਮਲਕ ਭਾਗੋ ਦੇਖ ਨਜ਼ਰਾਂ ਮਿਲਾ ਇਸ ਰੋਟੀ ਦੇ ਨਾਲ, ਤੂੰ ਪਤਾ ਨਹੀਂ ਕਿੰਨੇ ਗਰੀਬਾਂ ਦਾ ਖੂਨ ਚੂਸਿਆ ਹੈ। ਉਹ ਜਿਹੜੇ ਗਰੀਬ ਜਿਨ੍ਹਾਂ ਨਾਲ ਬੇਇਨਸਾਫੀ ਹੋਈ ਸੀ ਨਾ, ਉਹਨਾਂ ਦੀਆਂ ਅੱਖਾਂ ਬੰਦ ਹੋ ਗਈਆਂ ਸੀ ਸ਼ੁਕਰਾਨੇ ਵਿੱਚ। ਸ਼ੁਕਰ ਕੋਈ ਸਾਡੀ ਗੱਲ ਕਰਨ ਵਾਲਾ ਹੈ, ਤੇ ਉਹਨਾਂ ਨੂੰ ਸੱਚਮੁੱਚ ਹੀ ਇਦਾਂ ਲੱਗ ਰਿਹਾ ਸੀ ਕਿ ਉਸ ਮਾਲ ਪੂੜਿਆਂ ਦੇ ਵਿੱਚੋਂ ਖੂਨ ਦੀਆਂ ਧਾਰਾਂ ਵਹਿੰਦੀਆਂ ਨੇ ਤੇ ਇਹ ਖੂਨ ਸਾਡਾ ਹੀ ਹੈ, ਸਾਡਾ ਹੀ ਖੂਨ ਪੀਤਾ ਹੋਇਆ। ਤੇ ਭਾਈ ਲਾਲੋ ਨੂੰ ਉਹਦੀਆਂ ਵੀ ਸ਼ੁਕਰਾਨੇ ਵਿੱਚ ਅੱਖਾਂ ਬੰਦ ਹੋ ਗਈਆਂ। ਸ਼ੁਕਰ ਕੋਈ ਸਾਡੇ ਗਰੀਬਾਂ ਦੇ ਹੱਕ ਦੀ ਗੱਲ ਕਰਨ ਵਾਲਾ ਹੈ, ਤੇ ਉਹਦੀਆਂ ਵੀ ਅੱਖਾਂ ਬੰਦ ਹੋਈਆਂ। ਭਾਈ ਲਾਲੋ ਨੂੰ ਮਹਿਸੂਸ ਹੋਇਆ ਕਿ ਮੇਰੀ ਰੋਟੀ 'ਚੋਂ ਦੁੱਧ ਨਿਕਲਦਾ ਪਿਆ ਹੈ। ਗਰੀਬਾਂ ਨੂੰ ਮਹਿਸੂਸ ਹੋਇਆ ਕਿ ਗਰੀਬੀ ਕਾਰਨ ਇਨਫੀਰੀਅਰਿਟੀ ਕੰਪਲੈਕਸ ਵਿੱਚ ਨਹੀਂ ਆਉਣਾ, ਇਹ ਗਰੀਬਾਂ ਦੀ ਰੋਟੀ ਵਿੱਚੋਂ ਖੂਨ ਨਿਕਲਦਾ ਹੈ। ਸਤਿਗੁਰੂ ਜੀ ਨੇ ਇਦਾਂ ਕੌਤਕ ਕਰ ਦਿਖਾਇਆ, ਸਾਰਿਆਂ ਨੂੰ ਮਹਿਸੂਸ ਕਰਵਾ ਦਿੱਤਾ। ਅਗਰ ਪ੍ਰੋਪਰ ਅਪਰੋਚੇਬਲ ਹੋਵੇ ਗੁਰੂ ਕੀ ਸਾਖੀ, ਗੁਰਬਾਣੀ ਦੇ ਅਰਥ ਅਪਰੋਚੇਬਲ ਹੋਣ, ਤਾਂ ਬੇਈਮਾਨੀਆਂ ਘਟਣੀਆਂ ਚਾਹੀਦੀਆਂ ਨੇ, ਕਿਸੇ ਦਾ ਹੱਕ ਮਾਰਨ ਦੀਆਂ ਘਟਨਾਵਾਂ ਘਟਣੀਆਂ ਚਾਹੀਦੀਆਂ ਨੇ। ਸਾਡੇ ਯਤਨ ਜਾਰੀ ਰਹਿਣੇ ਚਾਹੀਦੇ ਨੇ ਗੁਰੂ ਦੇ ਵਿਰਸੇ ਨੂੰ ਪਹੁੰਚਾਉਣ ਵਾਸਤੇ। ਵੀਰ ਜੀ ਹਰਜੋਤ ਸਿੰਘ ਜੀਓ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਇੰਜੀਨੀਅਰ ਹਰਜੋਤ ਸਿੰਘ ਜੀ, ਜਿਹੜੇ ਕਿ ਹਰ ਹਫ਼ਤੇ ਸਾਡੇ ਦਰਸ਼ਕਾਂ ਦੇ ਨਾਲ, ਵਿਸ਼ੇਸ਼ ਤੌਰ ਤੇ ਫੋਰਨਰ ਬੱਚਿਆਂ ਦੇ ਨਾਲ, ਬੱਚਿਆਂ ਦੇ ਪੇਰੈਂਟਸ ਦੇ ਨਾਲ ਹਰ ਹਫ਼ਤੇ ਇੱਕ ਸਾਖੀ ਸਾਂਝੀ ਕਰਦੇ ਨੇ। ਹਰ ਵੀਕਐਂਡ ਦੇ ਉੱਪਰ ਸਾਡੇ 3 ਐਪੀਸੋਡ ਨਿਰੰਤਰ ਆ ਰਹੇ ਨੇ। ਇੱਕ ਐਪੀਸੋਡ ਸ਼ੁੱਕਰਵਾਰ ਨੂੰ ਤੁਸੀਂ ਇਹ ਐਪੀਸੋਡ ਦੇਖਦੇ ਹੋ, ਬਾਬਾਣੀਆਂ ਕਹਾਣੀਆਂ ਪੁੱਤ ਕਰੇਨ। ਸ਼ਨਿਚਰਵਾਰ ਨੂੰ ਵੱਖ-ਵੱਖ ਕਾਰੋਬਾਰੀ ਉਹ ਉਹਨਾਂ ਦੀ ਇੰਟਰਵਿਊ ਰਾਹੀਂ ਦਸਤਕ ਤੁਹਾਡੇ ਦਰਵਾਜ਼ੇ ਤੇ, ਪ੍ਰੋਗਰਾਮ ਰਾਹੀਂ ਉਹ ਤੁਹਾਡੇ ਦਰਵਾਜ਼ੇ ਤੇ ਦਸਤਕ ਦਿੰਦੇ ਨੇ। ਤੁਸੀਂ ਉਹਨਾਂ ਬਾਰੇ ਜਾਣਦੇ ਹੋ ਤਾਂ ਕਿ ਜਦੋਂ ਲੋੜ ਪਵੇ ਉਹਨਾਂ ਨਾਲ ਸੰਪਰਕ ਹੋ ਜਾਵੇ। ਐਤਵਾਰ ਨੂੰ ਸਿੱਖੀ ਦੀ ਬਗੀਚੀ ਨਾਮ ਦਾ ਐਪੀਸੋਡ ਨਿਰੰਤਰ ਆਉਂਦਾ ਹੈ, ਜਿਸ ਵਿੱਚ ਬੱਚਿਆਂ ਦਾ ਟੈਲੈਂਟ, ਬੱਚਿਆਂ ਦੀ ਪ੍ਰਤਿਭਾ, ਉਹਨੂੰ ਉਭਾਰਨ ਵਾਸਤੇ ਜਿਨ੍ਹਾਂ ਬੱਚਿਆਂ ਕੋਲ ਵਿਸ਼ੇਸ਼ ਕਲਾ ਹੈ। ਕੁਝ ਬੱਚੇ ਨੇ ਉਹਨਾਂ ਨੂੰ ਫਤਿਹ ਵੀ ਨਹੀਂ ਬੁਲਾਉਣੀ ਆਉਂਦੀ, ਕੁਝ ਬੱਚੇ ਨੇ ਉਹਨਾਂ ਨੂੰ ਬੈਠਣਾ ਵੀ ਨਹੀਂ ਆਉਂਦਾ, ਕੁਝ ਬੱਚੇ ਨੇ ਇਨਫੀਰੀਅਰਿਟੀ ਕੰਪਲੈਕਸ ਵਿੱਚ ਕਿਸੇ ਨੂੰ ਮਿਲਣਾ ਨਹੀਂ ਆਉਂਦਾ, ਕੁਝ ਬੱਚੇ ਨੇ ਦੁਨੀਆ ਦੇ ਸਾਹਮਣੇ ਪੇਸ਼ਕਾਰੀ ਕਰਦੇ ਨੇ, ਦੁਨੀਆ ਦੰਗ ਰਹਿ ਜਾਂਦੀ ਹੈ। ਵਾਹ, ਉਹਨਾਂ ਬੱਚਿਆਂ ਨੂੰ ਅਸੀਂ ਤੁਹਾਡੇ ਰੂਬਰੂ ਕਰਾਉਂਦੇ ਹਾਂ। ਸਾਰੇ ਪ੍ਰੋਗਰਾਮ ਦੇਖਦੇ ਰਹੋ। ਗੁਰੂ ਗਿਆਨ ਟੀਵੀ, ਇਸ ਚੈਨਲ ਨੂੰ ਸਾਰੇ ਸਬਸਕ੍ਰਾਈਬ ਕਰ ਦਿਓ, ਆਪਣੇ ਮਿੱਤਰਾਂ ਦੋਸਤਾਂ ਨੂੰ ਦੱਸਿਓ ਤਾਂ ਕਿ ਤੁਹਾਨੂੰ ਹਰ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ। ਅਗਲੇ ਹਫ਼ਤੇ ਫਿਰ ਇਸ ਐਪੀਸੋਡ ਬਾਬਾਣੀਆਂ ਕਹਾਣੀਆਂ ਪੁੱਤ ਕਰੇਨ, ਇਸ ਐਪੀਸੋਡ ਰਾਹੀਂ ਤੁਹਾਡੇ ਨਾਲ ਨਵੀਂ ਸਾਖੀ ਦੀ ਸਾਂਝ ਪਾਈ ਜਾਏਗੀ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜੀ।